ਆਸਾੜ ਤਪੰਦਾ ਤਿਸ ਲਗੇ, ਹਰ ਨਾਉ ਨ ਜਿਨਾ ਪਾਸ। ਜਗ ਜੀਵਨ ਪੁਰਖ ਤਿਆਗ ਕੈ, ਮਾਨਸ ਸੰਧੀ ਆਸ। ਦੋਏ ਭਾਏ ਵੇ ਗੁਚੀਏ, ਗਲ ਪਈ ਸੋ ਜਮ ਕੀ ਫਾਸ। ਜੇਹਾ ਬੀਜੇ ਸੋ ਲੂਣੇ, ਮੱਥੇ ਜੋ ਲਿਖਿਆਸ। ਰੈਣ ਵਿਹਾਣੀ ਪਛਤਾਣੀ, ਉਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਏ, ਸੋ ਦਰਗੇ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲਗੇ, ਜਿਸ ਮਨ ਹਰੇ ਚਰਨ ਨਿਵਾਸ। ਜੇਠ ਤੋਂ ਬਾਅਦ ਹਾੜ ਦਾ ਮਹੀਨਾ ਅਤੀ ਗਰਮ, ਬਹੁਤ ਗਰਮ। ਆਸਾੜ ਤਪੰਦਾ ਤਿਸ ਲਗੇ, ਹਰ ਨਾਹੋਂ ਨ ਜਿੰਨਾ ਪਾਸ। ਜ਼ਮੀਨ ਦੀ ਗਰਦਿਸ਼ ਤੇ ਸੂਰਜ ਦੀ ਗਰਦਿਸ਼ ਦੇ ਨਾਲ ਜੋ ਰੁੱਤ ਬਦਲਦੀ ਹੈ, ਔਰ ਮਹੀਨਾ ਜਦ ਹਾੜ ਦਾ ਆਉਂਦਾ ਹੈ ਤਾਂ ਭਯੰਕਰ ਗਰਮੀ, ਲੂ ਚੱਲਦੀ ਹੈ। ਦਰਜਾ ਹਰਾਰਤ शिखर ते पहुँचता है। जीव जंतु इस तपश तो अति दुखी होंदे ने। ये गर्मी पैदा होंदी है जमीन ते सूरज की गर्दिश नाल। एक होर बकायदा तपश है जो मन की गर्दिश दे नाल, कामनावां की गर्दिश दे नाल, वासना की गर्दिश दे नाल हिरदे विच पैदा होंदी है। बाहर की ये जिहड़ी गर्मी है जो जमीन या सूरज की गर्दिश नाल पैदा होंदी है, इस तो मनुख ने बचण दे अज तक बहुत सारे उपराले कीते ने, साधन जुटाए ने। देहात दे विच असीं देखदे हां अंबां दे दरख्तां दी ठंडी छां, पिपल दी छां थल्ले बैठ के हवा दे झोंकिਆਂ दे विच और घड़े दा ठंडा पानी पी के हाड़ दे महीने की गर्मी तो बचण दा उपराला करते ने साडे देहात दे लोकी, पिंड दे वासी। शहरां दे विच लोगां ने अपने अपने साधनां नाल वसीले जुटाए ने। कोई अपना टिकाणा सारे दा सारा एयर कंडीशन कर लैंदा है, ठंडा कर लैंदा है, वाता अनुकूल कर लैंदा है। प्राचीन ऐसा भी सी कि जब तपश बहुत वध जाए तो चंदन का लेप कर लेंदे सन और इस तरह पिंडे नूं, बदन नूं ठंडा रखण दी कोशिश करते सन। पर ये उपराले सारे तन नूं ठंडा रखण वास्ते ने कि ये जिहड़ी तपश है तन नूं जलावे ना, तन नूं साड़े ना। और ये तपश जो जमीन की गर्दिश नाल ते सूरज की गर्दिश नाल जो पैदा होंदी है, उस तो ही बचण दे साधन ने। पर जो इच्छावां वासनावां दी गर्दिश दे नाल, मन की गर्दिश दे नाल हिरदे दी भूमि दे तपश पैदा होंदी है, क्रोध दी, लोभ दी, ईर्षा दी, द्वेष दी और तरह तरह दे होर बिखेड़े, इन्हां नूं बचण दा उपराला मनुख देखण दे चाया घट ही जुटांदा है। और बाहर दे ये उपराले अंदर तक पहुँचते भी नहीं। इस वास्ते धन गुरु अर्जन देव जी महाराज ते साफ कहते ने, चंदन चंद न सरद रुत, मूल न मिटाई घाम, शीतल थीवे नानका जपंदड़ो हरि नाम। चंदन दे लाया ठंडी छां थले बैठे हाँ,
ठंडा पानी भी पी के और ठंडी छां थले बैठ के भी ਹਿਰਦੇ ਦੀ ਗਰਮਾਸ਼ ਦੂਰ ਨਹੀਂ ਹੋਵੇਗੀ। ਬਰਫਾਨੀ ਪਹਾੜਾਂ ਦੇ 'ਚ ਰਹਿ ਕੇ ਵੀ ਮਨੁੱਖਾਂ ਦੇ ਹਿਰਦੇ ਤਪੇ ਰਹਿੰਦੇ ਨੇ, ਅਸ਼ਾਂਤ ਰਹਿੰਦੇ ਨੇ। ਉਹ ਇਤਨਾ ਸੀਤਲ ਵਾਤਾਵਰਣ ਵੀ ਦੇਖਣ ਦੇ 'ਚ ਆਇਆ ਹੈ, ਉਹਨਾਂ ਦੇ ਮਨ ਨੂੰ ਸੀਤਲ ਕਰਨ ਦੇ 'ਚ ਅਸਮਰਥ ਹੈ। ਠੰਡੇ ਇਲਾਕੇ, ਠੰਡੇ ਪਹਾੜ, ਠੰਡੇ ਮੁਲਕ, ਉੱਥੇ ਰਹਿਣ ਵਾਲਿਆਂ ਦੇ ਹਿਰਦੇ ਵੀ ਅਤਿਅੰਤ ਤਪੇ ਹੋਏ, ਤਪਸ਼ ਦੇ ਨਾਲ ਭਰੇ ਹੋਏ। ਤੋ ਇਹ ਪ੍ਰਤੱਖ ਸਬੂਤ ਹੈ ਕਿ ਬਾਹਰ ਦੀ ਇਹ ਸੀਤਲਤਾ ਅੰਤਿਸ਼ਕਰਨ ਨੂੰ ਸੀਤਲ ਨਹੀਂ ਕਰਦੀ। ਇਸ ਵਾਸਤੇ ਤੇ ਸੰਸਕ੍ਰਿਤੀ ਸ਼ਲੋਕਾਂ 'ਚ ਸਤਿਗੁਰੂ ਕਹਿੰਦੇ ਨੇ, ਨੈ ਸੀਤਲੰ ਚੰਦਰ ਦੇਵੇ, ਨੈ ਸੀਤਲੰ ਬਾਵਨ ਚੰਦਨੇ, ਨੈ ਸੀਤਲੰ ਸੀਤ ਰੁਤੇਣ ਨਾਨਕ, ਸੀਤਲੰ ਸਾਧ ਸਵੱਜਨੇ। ਚੰਦਰਮਾ ਦੀ ਕਿਰਨਾਂ ਵੀ ਹਿਰਦੇ ਨੂੰ ਸੀਤਲ ਨਹੀਂ ਕਰ ਸਕਦੀਆਂ, ਸਿਰਫ ਤਨ ਨੂੰ ਠੰਡਾ ਰੱਖ ਸਕਦੀਆਂ ਨੇ। ਔਰ ਇਸੇ ਤਰੀਕੇ ਨਾਲ ਚੰਦਨ ਦਾ ਲੇਪ ਹੈ, ਠੰਡੀਆਂ ਹਵਾਵਾਂ ਨੇ, ਬਰਫਾਨੀ ਹਵਾਵਾਂ ਨੇ, ਸੀਤਲ ਬਾਹਰ ਦਾ ਮਾਹੌਲ ਹੈ, ਇਹ ਹਿਰਦੇ ਨੂੰ ਸੀਤਲ ਨਹੀਂ ਕਰਦਾ। ਹਿਰਦਾ ਸੀਤਲ ਕੇਵਲ ਪ੍ਰਮਾਤਮਾ ਦੇ ਨਾਮ ਨਾਲ ਹੁੰਦਾ ਹੈ, ਈਸ਼ਵਰ ਦੇ ਨਾਮ ਨਾਲ ਹੁੰਦਾ ਹੈ। ਤੋ ਇਸ ਵਾਸਤੇ ਸਾਹਿਬ ਇੱਥੇ ਪਏ ਫਰਮਾਨ ਕਰਦੇ ਨੇ, ਆਸਾੜ ਤਪੰਦਾ ਤਿਸ ਲਗੇ, ਹਰ ਨਾਉ ਨ ਜਿੰਨਾ ਪਾਸ। ਜਿਨ੍ਹਾਂ ਦੇ ਕੋਲ ਹਰੀ ਦਾ ਨਾਮ ਨਹੀਂ, ਉਹਨਾਂ ਦੇ ਅੰਤਿਸ਼ਕਰਨ ਦੇ ਤੇ ਹਮੇਸ਼ਾ ਹੀ ਹਾੜ ਬਣਿਆ ਰਹਿੰਦਾ, ਅਸਾੜ ਦੀ ਰੁੱਤ ਬਣੀ ਰਹਿੰਦੀ ਹੈ, ਹਰ ਵਕਤ ਹਿਰਦੇ ਤਪੇ ਰਹਿੰਦੇ ਨੇ। ਪ੍ਰithvi ਦੇ ਉੱਤੇ ਇਹ ਜਿਹੜੇ ਮਹੀਨੇ, ਇਹ ਜਿਹੜੇ ਰੁੱਤਾਂ ਨੇ, ਇਹ ਹਰ 30-31 ਦਿਨਾਂ ਤੋਂ ਬਾਅਦ ਬਦਲਦੇ ਰਹਿੰਦੇ ਨੇ। ਹਿਰਦੇ ਦੀ ਭੂਮੀ ਵਿੱਚ ਕੁਛ ਮਹੀਨੇ ਐਸੇ ਨੇ ਟਿਕ ਕੇ ਹੀ ਰਹਿ ਜਾਂਦੇ ਨੇ, ਟਿਕਿਆ ਹਾੜ ਤੋਂ ਟਿਕ ਕੇ ਹੀ ਰਹਿ ਗਿਆ। ਤਪਿਆ ਹੋਇਆ ਹਿਰਦਾ ਹੈ ਤਾਂ ਜੀਵਨ ਭਰ ਤਪਿਆ ਹੋਇਆ ਰਿਹਾ। ਇੱਥੇ ਦੀ ਚਾਲ ਕਿਸੇ ਹੋਰ ਢੰਗ ਨਾਲ ਜੋ ਹੈ ਚੱਲਦੀ ਹੈ, ਮਨੁੱਖ ਦੀ ਸੋਚਣੀ ਨਾਲ ਚੱਲਦੀ ਹੈ, ਮਨੁੱਖ ਦੇ ਚਿੰਤਨ ਨਾਲ ਚੱਲਦੀ ਹੈ, ਮਨ ਦੀਆਂ ਵਾਸ਼ਨਾਵਾਂ ਨਾਲ ਜੋ ਹੈ ਚੱਲਦੀ ਹੈ। ਤਾਂ ਸਾਹਿਬ ਕਹਿੰਦੇ, ਜਿਨ੍ਹਾਂ ਦੇ ਕੋਲ ਪ੍ਰਮਾਤਮਾ ਦਾ ਨਾਮ ਨਹੀਂ, ਆਸਾੜ ਦੇ ਮਹੀਨੇ ਦੀ ਗਰਮੀ ਉਹਨਾਂ ਨੂੰ ਬਾਹਰੋਂ ਤੇ ਤਪਾਉਂਦੀ ਹੈ, ਪਰ ਉਹਨਾਂ ਦੇ ਅੰਤਿਸ਼ਕਰਨ ਦੇ 'ਚ ਵੀ ਹਾੜ ਬਣਿਆ ਰਹਿੰਦਾ ਹੈ, ਉਹਨਾਂ ਦਾ ਹਿਰਦਾ ਵੀ ਤਪਿਆ ਰਹਿੰਦਾ ਹੈ, ਕਿਉਂਕਿ ਪ੍ਰਮਾਤਮਾ ਦਾ ਨਾਮ ਨਹੀਂ ਹੈ। ਆਸਾੜ ਤਪੰਦਾ ਤਿਸ ਲਗੇ, ਹਰ ਨਾਉ ਨ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੇ, ਮਾਨਸ ਸੰਧੀ ਆਸ। ਜੋ ਜਗਤ ਦਾ ਜੀਵਨ ਹੈ, ਜੀਵਨ ਦੇ ਦੇਣ ਵਾਲਾ ਹੈ, ਤੇ ਜੀਵ ਜੀ ਸਕਣ, ਅਨੰਤ ਦਾਤਾਂ ਦੇ ਦੇਣ ਵਾਲਾ ਹੈ, ਉਹਨੂੰ ਭੁਲਾ ਕੇ ਇਹ ਮਨੁੱਖ ਦੀ ਆਸ ਤੇ ਜੀ ਰਿਹਾ ਹੈ। ਬੰਦਾ ਬੰਦੇ ਦੀ ਆਸ ਤੇ ਜੀ ਰਿਹਾ ਹੈ। ਬੰਦਾ ਉਸ ਦੀ ਆਸ ਕਰਦਾ ਜਿਸ ਤੋਂ ਇਹ ਆਇਆ ਹੈ, ਜਿਸ ਤੋਂ ਇਹ ਜੀਵਨ ਆਇਆ ਹੈ, ਜਿਸ ਤੋਂ ਇਹ ਸਭ ਕੁਝ ਆਇਆ ਹੈ। ਪਰ ਮਨੁੱਖੀ ਦੁਨੀਆ ਵਿੱਚ ਕਿਤਨੀ ਮੂਰਤਾ ਚੱਲਦੀ ਹੈ। ਬੰਦਾ ਬੰਦੇ ਦੀ ਆਸ ਤੇ ਜੀ ਰਿਹਾ ਹੈ, ਮਨੁੱਖ ਦੀ ਟੇਕ ਤੇ ਜੋ ਹੈ ਜੀ ਰਿਹਾ ਹੈ। ਬਾਬਾ ਫਰੀਦ ਤੇ ਬਹੁਤ ਵੱਡੀ ਫਿਟਕਾਰ ਪਾਉਂਦੇ ਨੇ ਉਸ ਤੇ, ਜਿਹੜਾ ਮਨੁੱਖ ਦੀ ਆਸ ਤੇ ਜੀਵਦਾ ਹੈ। ਫਰੀਦਾ ਰਾਤੀ ਵੱਡੀਆਂ, ਦੁੱਖ ਉਠਨ ਪਾਸ। ਧ੍ਰਿਗ ਤੇ ਨਾਂ ਦਾ ਜੀਵਿਆ, ਜਿਨ੍ਹਾਂ ਵਿਡਾਣੀ ਆਸ। ਲਾਨਤ ਹੈ ਉਹਨਾਂ ਦੇ ਜੀਵਣੇ ਤੇ ਜੋ ਖੁਦਾ ਨੂੰ ਛੋੜ ਕੇ ਮਨੁੱਖੀ ਆਸ ਤੇ ਜੀਵਦੇ ਨੇ ਔਰ ਸੋਚਦੇ ਨੇ ਮਨੁੱਖ ਤੋਂ ਸੁੱਖ ਮਿਲਣਗੇ। ਪਰ ਜਿਹੜਾ ਆਪ ਦੁਖੀ ਹੈ, ਤੈਨੂੰ ਕਿੱਥੋਂ ਸੁੱਖ ਦੇਵੇਗਾ? ਤੈਨੂੰ ਸੁੱਖ ਦੀ ਚਾਹਤ ਹੈ, ਉਸ ਨੂੰ ਵੀ ਹੈ। ਇੱਕ ਆਮ ਮੁਹਾਵਰਾ ਹੈ, ਉਹ ਮੋਤੇ ਸੁਖ ਚਾਹਤ ਹੈ, ਹਮ ਓਤੇ ਸੁਖ ਚਾਹਤ ਹੈ। ਅਸੀਂ ਉਸਦੇ ਕੋਲੋਂ ਸੁੱਖ ਮੰਗਦੇ ਹਾਂ, ਉਹ ਸਾਡੇ ਕੋਲੋਂ ਸੁੱਖ ਮੰਗਦਾ ਹੈ। ਭਿਖਾਰੀ ਤੇ ਦੋਵੇਂ ਨੇ, ਤੇ ਦੋਵੇਂ ਭਿਖਾਰੀ ਮਿਲ ਕੇ ਕਿਸੇ ਨੂੰ ਕਿਸ ਤਰ੍ਹਾਂ ਰਾਜਾ ਬਣਾ ਦੇਣਗੇ, ਮਹਾਨ ਬਣਾ ਦੇਣਗੇ। ਦੋਹਾਂ ਦੀ ਤੇ ਚਾਹਤ ਹੈ। ਇੱਕ ਗਾਥਾ ਹੈ ਬੜੀ ਸੁੰਦਰ। ਕਹਿੰਦੇ ਨੇ ਇੱਕ ਸੂਫੀ ਫਕੀਰ ਨੂੰ ਕਿਧਰੇ ਉਸਦੇ ਚੇਲਿਆਂ ਨੇ ਪ੍ਰੇਰਿਆ ਕਿ ਰੋਜ਼ ਦਰ ਬਦਰ ਭਿਕਸ਼ਾ ਮੰਗਣੀ ਪੈਂਦੀ ਹੈ, ਚਲੋ ਅਕਬਰ ਦੇ ਕੋਲ ਜਾਂਦੇ ਆ, ਉਸਦੇ ਕੋਲ ਹੱਥ ਫੈਲਾਉਂਦੇ ਆ, ਉਹ ਇਤਨਾ ਕੁਛ ਦੇ ਦੇਵੇਗਾ, ਸਾਡੇ ਕਈ ਦਿਨ ਸੁੱਖ ਨਾਲ ਆਰਾਮ ਨਾਲ ਕੱਟ ਜਾਣਗੇ। ਜਦੋਂ ਇਹ ਫਕੀਰ ਅਕਬਰ ਦੇ ਮਹਿਲਾਂ 'ਚ ਪਹੁੰਚਿਆ ਹੈ, ਅਕਬਰ ਨਮਾਜ਼ ਕਰ ਰਿਹਾ ਸੀ ਅਦਾ।
ਮਸਜਿਦ ਵਿੱਚ ਬੈਠ ਕੇ, ਸ਼ਾਹੀ ਮਸਜਿਦ ਵਿੱਚ ਬੈਠ ਕੇ। ਫਕੀਰ ਵੀ ਮਸਜਿਦ ਵਿੱਚ ਚਲਾ ਗਿਆ। ਨਮਾਜ਼ ਜਦ ਅਦਾ ਹੋਈ ਤਾਂ ਦੁਆ ਕਰਨ ਬੈਠਾ ਅਕਬਰ ਅਰਦਾਸ ਕਰਦਾ ਹੈ, ਬਿਨੇ ਕਰਦਾ ਹੈ, ਦੁਆ ਕਰਦਾ ਹੈ, ਹੇ ਖੁਦਾ ਤੂੰ ਸੁਖ ਦੇ, ਸ਼ਾਂਤੀ ਦੇ, ਮੇਰੀ ਝੋਲੀ ਹੋਰ ਰਾਜ ਪਾਠ ਨਾਲ ਭਰ, ਹੋਰ ਮੈਨੂੰ ਸ਼ਕਤੀਸ਼ਾਲੀ ਬਣਾ, ਤੂੰ ਬਖਸ਼ਿਸ਼ ਕਰ, ਮੇਰਾ ਰਾਜ ਭਾਗ ਹੋਰ ਵਧਾ, ਮੇਰੇ ਖਜ਼ਾਨੇ ਦੀ ਧਨ ਸੰਪਦਾ ਹੋਰ ਵਧਾ। ਇੰਜ ਜਦ ਦੁਆ ਪਿਆ ਕਰੇ ਤੋ ਫਕੀਰ ਮੁੜ ਚਲਿਆ। ਚੇਲੇ ਕਹਿਣ ਲਗੇ, ਆਏ ਸੀ ਤੁਸੀਂ ਕੁਝ ਮੰਗਣ ਤੇ ਬਿਨਾਂ ਮੰਗਿਆ ਹੀ ਵਾਪਸ ਜਾ ਰਹੇ ਹੋ। ਫਕੀਰ ਕਹਿਣ ਲੱਗਾ, ਮੰਗਤੇ ਕੋਲ ਕੀ ਮੰਗਣਾ, ਹੁਣ ਇਹ ਵੀ ਜਿਸ ਦੇ ਕੋਲ ਮੰਗ ਰਿਹਾ ਆਪਾਂ ਵੀ ਉਸੇ ਕੋਲ ਹੀ ਮੰਗਾਂਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਮੌਣਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸਕੇ ਦੀਏ ਰਹੇ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੇ ਆਏ। ਇੱਕ ਪਰਮਾਤਮਾ ਦਾ ਦਿੱਤਾ ਹੋਇਆ ਹੀ ਮਨੁੱਖ ਨੂੰ ਰਜਾ ਸਕਦਾ ਹੈ, ਮਨੁੱਖ ਦਾ ਦਿੱਤਾ ਹੋਇਆ ਮਨੁੱਖ ਨੂੰ ਨਹੀਂ ਰਜਾ ਸਕਦਾ। ਇੱਕ ਪਰਮਾਤਮਾ ਦੀ ਦੇਣ ਹੀ ਮਨੁੱਖ ਨੂੰ ਰਾਜਾ ਬਣਾ ਸਕਦੀ ਹੈ, ਰਜਿਆ ਹੋਇਆ ਬਣਾ ਸਕਦੀ ਹੈ। ਮਨੁੱਖ ਦੀ ਦੇਣ ਤੇ ਸਦੀਵੀ ਭਿਖਾਰੀ ਬਣਾ ਕੇ ਰੱਖੇਗੀ। ਉਹ ਲੈਣ ਵਾਲਾ, ਅਗਲਾ ਦੇਣ ਵਾਲਾ, ਇਹ ਸਦੀਵੀ ਮੰਗਤਾ ਬਣਿਆ ਰਹੇਗਾ। ਪਰ ਜਦ ਪ੍ਰਮਾਤਮਾ ਕੁਝ ਝੋਲੀ ਵਿੱਚ ਪਾਉਂਦਾ ਹੈ ਤਾਂ ਪ੍ਰਮਾਤਮਾ ਤੇ ਆਪਣੇ ਵਰਗਾ ਬਣਾ ਦਿੰਦਾ ਹੈ। ਉਹ ਦਾਤਾ ਹੈ, ਉਹ ਰਾਜਾ ਹੈ। ਉਹ ਜਿਸ ਦੀ ਝੋਲੀ ਵਿੱਚ ਸੌਗਾਤ ਪਾਉਂਦਾ ਹੈ ਉਸ ਨੂੰ ਵੀ ਦਾਤਾ ਬਣਾ ਦਿੰਦਾ ਹੈ। ਉਹ ਹੀ ਦਾਤੇ ਦੁੱਖ ਕਾਟਨ ਹਾਰ, ਉਹ ਵੀ ਦਾਤੇ ਬਣ ਜਾਂਦੇ ਨੇ, ਉਹ ਵੀ ਰਾਜੇ ਬਣ ਜਾਂਦੇ ਨੇ, ਉਹ ਵੀ ਮਹਾਨ ਬਣ ਜਾਂਦੇ ਨੇ। ਤੇ ਸਾਹਿਬ ਕਹਿੰਦੇ ਨੇ, ਹਾੜ ਦਾ ਮਹੀਨਾ ਉਹਨਾਂ ਨੂੰ ਬਹੁਤ ਤਪਾਉਂਦਾ ਹੈ ਜੋ ਜਗਤ ਦਾ ਜੀਵਨ ਪਰਿਪੂਰਨ ਪ੍ਰਮਾਤਮਾ ਹੈ ਉਸ ਨੂੰ ਭੁਲਾ ਕੇ ਮਨੁੱਖਾਂ ਦੀ ਆਸ ਟੇਕ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਨੇ। ਦੋਏ ਭਾਏ ਵਿਗੁਚੀਏ ਗਲ ਪਈ ਸੋ ਜਮ ਕੀ ਫਾਸ। ਦੋਏ ਭਾਏ, ਦੋ ਪਾਸੇ ਦੀ ਧਾਮਣਾ, ਦੋ ਪਾਸੇ ਚੱਲਣਾ, ਇੱਕ ਕਦਮ ਸੱਚ ਦੇ ਪਾਸੇ, ਇੱਕ ਪਾਸੇ, ਇੱਕ ਕਦਮ ਝੂਠ ਦੇ ਪਾਸੇ, ਇੱਕ ਕਦਮ ਰੋਸ਼ਨੀ ਦੀ ਤਰਫ, ਇੱਕ ਕਦਮ ਅੰਧਕਾਰ ਦੀ ਤਰਫ, ਇੱਕ ਕਦਮ ਧਾਰਮਿਕ ਮੰਦਰ ਦੀ ਤਰਫ, ਇੱਕ ਕਦਮ ਵਿਕਾਰਾਂ ਦੇ ਅੱਡੇ ਦੀ ਤਰਫ, ਇੱਕ ਕਦਮ ਇਮਾਨਦਾਰੀ ਦੀ ਤਰਫ, ਦੂਸਰਾ ਕਦਮ ਬੇਈਮਾਨੀ ਦੀ ਤਰਫ। ਕਹਿੰਦੇ ਨੇ ਸੰਸਾਰ ਵਿੱਚ ਬਸ ਇਸ ਤਰ੍ਹਾਂ ਦੇ ਲੋਕਾਂ ਦੀ ਹੀ ਬਹੁਤ ਵੱਡੀ ਗਿਣਤੀ ਹੈ ਜੋ ਦੁਬਦਾ ਵਿੱਚ ਪਏ ਨੇ। ਦੁਬਦਾ, ਦੋ ਪਾਸੇ ਦੀ ਧਾਵਣਾ, ਕਦੀ ਸੱਚ ਦੀ ਤਰਫ, ਕਦੀ ਝੂਠ ਦੀ ਤਰਫ, ਕਦੀ ਪ੍ਰਕਾਸ਼ ਦੀ ਤਰਫ, ਕਦੀ ਅੰਧਕਾਰ ਦੀ ਤਰਫ, ਕਦੀ ਇਮਾਨ ਦੇ ਮੰਦਰਾਂ ਦੀ ਤਰਫ, ਕਦੀ ਵੈਸ਼ਿਆਲਿਆਂ ਦੀ ਤਰਫ, ਸ਼ਰਾਬਖਾਨਿਆਂ ਦੀ ਤਰਫ। ਔਰ ਹੈਰਾਨਗੀ ਆਉਂਦੀ ਹੈ, ਇਹ ਜੋ ਧਾਰਮਿਕ ਮੰਦਰ ਦੀ ਤਰਫ ਭਜਿਆ ਜਾ ਰਿਹਾ ਸੀ, ਇਹੀ ਸ਼ਰਾਬਖਾਨੇ ਦੀ ਤਰਫ ਜਾ ਰਿਹਾ ਹੈ। ਜਿਸ ਦੇ ਹੱਥ ਵਿੱਚ ਗੁਟਕਾ ਸੀ, ਬਾਣੀ ਪੜ੍ਹ ਰਿਹਾ ਸੀ, ਇਹੀ ਗੰਦਾ ਨਾਵਲ ਪੜ੍ਹ ਰਿਹਾ ਹੈ। ਜਿਨਸਿਆਤ ਨਾਲ ਭਰੀਆਂ ਹੋਈਆਂ ਕਹਾਣੀਆਂ ਪੜ੍ਹ ਰਿਹਾ ਹੈ। ਜੋ ਮਿੱਠਾ, ਮਧੁਰ ਤੇ ਸੱਚ ਬੋਲ ਰਿਹਾ ਸੀ, ਇਹੀ ਮਿੱਥਿਆ ਬੋਲਣ ਲੱਗ ਪਿਆ ਹੈ। ਜੋ ਬੜੇ ਸ਼ਾਂਤਮਈ ਢੰਗ ਨਾਲ ਤੇ ਵਿਨਮਰਤਾ ਦੇ ਨਾਲ ਪੇਸ਼ ਆਇਆ ਸੀ, ਇਹੀ ਤਕੱਬਰ ਪ੍ਰਗਟ ਕਰ ਰਿਹਾ ਹੈ, ਇਹੀ ਕ੍ਰੋਧ ਵਿੱਚ ਆ ਗਿਆ। ਜੋ ਬੜਾ ਦਿਆਲੂ ਦਿਖਾਈ ਦੇ ਰਿਹਾ ਸੀ, ਇਹੀ ਕਠੋਰ ਹੋ ਗਿਆ। ਸੰਸਾਰ ਵਿੱਚ, ਮਨੁੱਖੀ ਜਗਤ ਵਿੱਚ ਬਸ ਇਹਨਾਂ ਲੋਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ ਜੋ ਹਮੇਸ਼ਾ ਦੋ ਪਾਸੇ ਚੱਲਦੇ ਨੇ ਔਰ ਜੀਵਨ ਭਰ ਚੱਲਦੇ ਨੇ। ਔਰ ਦੋ ਪਾਸੇ ਚੱਲ ਕੇ ਮਨੁੱਖ ਕਿਧਰੇ ਵੀ ਨਹੀਂ ਪਹੁੰਚਦਾ, ਉੱਥੇ ਦਾ ਉੱਥੇ ਹੀ ਰਹਿ ਜਾਂਦਾ ਹੈ। ਦੋ ਪਾਸੇ ਚੱਲ ਚੱਲ ਕੇ ਬੰਦਾ ਥੱਕਦਾ ਹੈ, ਟੁੱਟਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਜੋ ਇਸ ਤਰ੍ਹਾਂ ਦੋ ਰਸਤਿਆਂ ਤੇ ਚੱਲਦੇ ਨੇ, ਅੱਗੇ ਤੇ ਪਿੱਛੇ, ਆਖਿਰ ਖੱਜਲ ਖੁਆਰ ਆਉਂਦੇ ਨੇ। ਦੋਏ ਭਾਏ ਵਿਗੁਚੀਸ ਗਲ ਪਈ ਸੋ ਜਮ ਕੀ ਫਾਸ। ਔਰ ਅੰਤਮ ਸਮੇਂ ਜਮਾ ਦੀ ਫਾਈ ਗਲ ਵਿੱਚ ਆਣ ਪੈਂਦੀ ਏ। ਅਗਲਾ ਜਨਮ ਫਿਰ ਜੋ ਹੈ ਚੱਲ ਪੈਂਦਾ ਹੈ। ਅੱਗੇ ਜਾ ਕੇ ਕੀ ਆਉਂਦਾ ਹੈ? ਤਾਂ ਸਾਹਿਬ ਕਹਿੰਦੇ, ਜੇਹਾ ਬੀਜੇ ਸੋ ਲੂਣੇ ਮੱਥੇ ਜੋ ਲਿਖਿਆਸ। ਜੋ ਬੀਜੇ ਹੈ ਤੇ ਬੀਜ ਕੇ ਜੋ ਮਸਤਕ ਦੇ ਸੰਸਕਾਰ ਬਣੇ ਨੇ, ਅੱਗੇ ਤੇ ਉਹੀ ਕੁਝ ਉਸ ਨੂੰ ਪ੍ਰਾਪਤ ਹੋਵੇਗਾ। ਜੈਸੇ ਇਸ ਦੇ ਸੰਸਕਾਰ ਬਣੇ, ਉਸੇ ਹੀ ਸੰਸਕਾਰਾਂ ਅਨੁਸਾਰ, ਉਸੇ ਹੀ ਸੰਸਕਾਰਾਂ ਦੇ ਭਰੇ ਹੋਏ ਮਾਂ ਬਾਪ ਉਸ ਨੂੰ ਮਿਲਣਗੇ।
ਵੈਸੇ ਹੀ ਸੰਸਕਾਰਾਂ ਦਾ ਉਸ ਨੂੰ ਮਾਹੌਲ ਮਿਲੇਗਾ। ਔਰ ਉਹਨਾਂ ਸੰਸਕਾਰਾਂ ਦੇ 'ਚ ਅਗਰ ਪੀੜਾ ਸੀ, ਦੁੱਖ ਸੀ, ਵਿਕਾਰ ਸਨ, तो फिर अगला माहौल भी वैसा ही जो है बनेगा। साई वस्त प्राप्त होई जिसों लाया हेत, कहो नानक प्राणी चौथे पैरे लावी लुणिया खेत। जिस तरह की वासना दे च मनुख रहा, जिस तरह के कर्मां दे च मनुख रहा, जिस तरह के संस्कार संचित करता रहा, अगली दुनिया उसनों वैसी ही प्राप्त होई। तो जेहा बीजे सो लुणे मथे जो लिखियास, रैण विहाणी पछोताणी उठ चली गई निराश। जिंदगी दी रात व्यतीत हो गई, मौत दा सूरज उदय हो गया, पछतावा पैदा हो गया। क्यों? हथ दे च कुछ भी नहीं, हथ खाली रह गए ने, निराशा ही पई है झोली दे च। अंतिम समय अगर कोई उदास हो गया है तो समझ लो जिंदगी व्यर्थ चली गई है। पर अंतिम समय भी बुल्लां ते मुस्कुराहट है, चेहरे ते खेड़ा है, तो समझ लो जिंदगी सफल हुई। मौत पर्चा है, मौत इम्तिहान है। इसने जो 70, 80, 90 साल पढ़े है, जीवन दे मकतब दे जो कुछ इसने पढ़ाई की है, बस हुण मौत दा पर्चा जो हल करेगा मौत दस देगी। मौत इम्तिहान है, मौत एक पर्चा है। अगर उस समय मौत नूं वेख के बुल्लां ते मुस्कुराहट आ गई, चेहरे ते खेड़ा आया, तो जिंदगी दे मकतब दे पढ़ के सफल हो गया, कामयाब हो गया। पर उदासी छा गई, मायूसी छा गई, रोना छा गया, अश्कबार हो गया, दुखत होया, तो फेल हो गया। पृथ्वी दे जिंदगी दे मकतब दे अक्सर लोग फेल हो जाते हैं। कदी कदाई कोई हज़ारां दे एक कद पास होंदा है। बाकी जो विद्यालय, बाकी जिहड़े मकतब ने, कोई एक कद फेल होंदा है, बाकी पास हो जाते हैं। पर ये जो जीवन का मकतब है, ये जो जिंदगी का विद्यालय है, इत्थे ते कोई एक कद पास हो जाता है, बाकी सारे ही फेल हो जाते हैं, उत्थे दे उत्थे जो है रह जाते हैं। तो साहब कहते हैं जिंदगी की रात व्यतीत हो गई, मौत का सूरज उदय हो गया, पछतावा झोली दे च पिया, और निराश होके ये जीव स्त्री जगत तो उठ चली। जिनको साधु भेटिए सो दरगे होए खलास। जिन्हों सत्संग नसीब होया, गुरु की सोबत नसीब होई, वो दरगाह दे पहुँच गए बंधना नू तोड़ के, सारिया जंजीरां नू तोड़ के, सारे विकारां नू लांबे करके, कर किरपा प्रभ अपनी तेरे दर्शन होए प्यास। असाड़ दे महीने का उपदेश करते हुए धन गुरु अर्जन देव जी महाराज सानू अरदास करना सिखाते ने, हे प्रभु बख्शिश कर, रहमत कर, इस महीने विच तेरे दर्शनां दी प्यास पैदा होवे, तेरी भुख पैदा होवे, तेरे मिलन दी तांग पैदा होवे। क्योंकि प्रभ तुद बिन दूजा को नहीं, नानक की अरदास। नानक दी ये अरदास है, जोदड़ी है, बेनती है, हे प्रभु तैथों बिना होर कोई भी समर्थ नहीं जो मेरे दुख कट सके। तेरे मुकाबले दा होर कोई है ही नहीं जिस दे अगों मैं अरदास करा। इस वास्ते हे प्रभु तेरे अगों ही अरदास है, तेरे अगों ही जोदड़ी है। आषाढ़ सुहंदा तिस लगे जिस मन हर चरण निवास। आषाढ़ दा महीना उसे लिए सुहावना है, उसे लिए शीतल है, उसे मनुख लिए आनंदमई है जिसका मन प्रभु दे गुणा दे जुड़े ही रहता है, प्रभु दे चरना च लीन रहता है। आषाढ़ भला सूरज गगन तपे, धरती दुख सहे, सोखे अगन बखे। अगन रस सोखे मरिए धोखे, भीसो किरत नहारे। रथ फिरे छाया धन ताके, टींड लवे मंज बारे। अवगुण बाद चली दुख आगे, सुख तिस साच संभाले। नानक जिसनू एह मन दिया,
ਮਰਨ ਜੀਵਨ ਪ੍ਰਭ ਨਾਲੇ। ਤੁਖਾਰੀ ਰਾਗ ਦੇ 12 ਮਾਹ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਹਿਲੇ ਪਾਤਸ਼ਾਹ ਜੀ ਦਾ ਉਪਦੇਸ਼ ਸੰਦੇਸ਼। ਭਲਾ ਹੈ ਆਸਾੜ ਦਾ ਮਹੀਨਾ, ਸੂਰਜ ਗगन ਤੇ ਤਪ ਰਿਹਾ, ਆਸਮਾਨ ਤੇ ਤਪ ਰਿਹਾ, ਔਰ ਇਸ ਦੀ ਤਪਸ਼ ਦੇ ਨਾਲ ਧਰਤੀ ਦੁੱਖ ਸਹੇ, ਸੁਖ ਹੈ ਅਗਨ ਬਖੇ। ਧਰਤੀ ਤਪਸ਼ ਦਾ ਦੁੱਖ ਉਠਾਉਂਦੀ ਹੈ, ਸੁੱਖ ਹੈ ਪਾਣੀ ਸੁੱਕਦਾ ਹੈ, ਸਰੋਵਰਾਂ ਦਾ, ਨਦੀ ਨਾਲਿਆਂ ਦਾ। ਇਸ ਸੂਰਜ ਦੀ ਤਪਸ਼ ਨਾਲ, ਇਸ ਅਗਨੀ ਦੇ ਨਾਲ ਸੋਕਾ ਪੈ ਜਾਂਦਾ ਹੈ, ਸਰੋਵਰਾਂ ਦਾ ਪਾਣੀ ਘਟ ਜਾਂਦਾ ਹੈ, ਦਰਿਆਵਾਂ ਦਾ ਪਾਣੀ ਘਟ ਜਾਂਦਾ ਹੈ। ਹਕੀਕਤ ਹੈ ਜਦ ਮਨੁੱਖ ਦੇ ਅੰਤਿਸ਼ਕਰਨ ਦੇ ਵਿੱਚ ਵਿਕਾਰਾਂ ਦਾ ਸੂਰਜ ਪੂਰੇ ਜੋਬਨ ਨਾਲ ਉਦੇ ਹੋਵੇ ਤਾਂ ਉੱਥੇ ਸ਼ਾਂਤੀ, ਦਇਆ ਸੁੱਕ ਜਾਂਦੀ ਹੈ। ਦੈਵੀ ਗਣਾਂ ਦਾ ਜਲ, ਦੈਵੀ ਗੁਣਾਂ ਦੀ ਸੰਪਦਾ ਜੋ ਰਸ ਹੈ, ਜੋ ਜਲ ਦੀ ਤਰ੍ਹਾਂ ਹੈ, ਨਿਰਮਲ ਹੈ, ਪਾਵਨ ਹੈ, ਉਹ ਸੁੱਕਣਾ ਆਰੰਭ ਹੋ ਜਾਂਦੀ ਹੈ। ਤਪੇ ਹੋਏ ਹਿਰਦੇ ਵਿੱਚ ਦੈਵੀ ਗੁਣ ਨਹੀਂ ਆਉਂਦੇ। ਜਿਤਨਾ ਤਪਿਆ ਹੋਇਆ ਹਿਰਦਾ ਹੋਵੇਗਾ ਉਤਨਾ ਹੀ ਗੁਣਾਂ ਤੋਂ ਖਾਲੀ ਹੋਵੇਗਾ। ਤਾਂ ਸਾਹਿਬ ਕਹਿੰਦੇ ਨੇ ਧਰਤੀ ਦੁੱਖ ਸਹੇ। ਇਸ ਤਪਸ਼ ਦੇ ਨਾਲ ਧਰਤੀ ਦੁੱਖ ਸਹਾਰਦੀ ਹੈ, ਸੁੱਖ ਹੈ ਅਗਨ ਬਖੇ। ਸੂਰਜ ਦੀ ਅਗਨੀ ਕਰਕੇ ਜਲ ਸੁੱਕਦਾ ਹੈ, ਪਾਣੀ ਸੁੱਕਦਾ ਹੈ। ਅਗਨ ਰਸ ਸੋਖ ਹੈ, ਮਰੀਏ ਧੋਖੇ, ਪੀਸੋ ਕਿਰਤ ਨਾ ਹਾਰੇ। ਇਸ ਅਗਨੀ ਦੇ ਨਾਲ ਵਾਕਈ ਰਸ ਸੁੱਕਦਾ ਹੈ, ਖਤਮ ਹੁੰਦਾ ਹੈ। ਨਮੀ ਜੋ ਧਰਤੀ ਦੇ ਅੰਦਰ ਆਉਂਦੀ ਹੈ, ਸੂਰਜ ਦੀ ਤਪਸ਼ ਉਸ ਨਮੀ ਨੂੰ ਵੀ ਖਤਮ ਕਰ ਦਿੰਦੀ ਹੈ। ਜ਼ਮੀਨ ਫਟਣ ਲੱਗ ਪੈਂਦੀ ਹੈ, ਟੁਕੜੇ ਟੁਕੜੇ ਕਿਧਰੇ ਹੋ ਜਾਂਦੀ ਹੈ, ਸੁੱਕ ਕੇ, ਕਿਉਂਕਿ ਨਮੀ ਮੁੱਕਦੀ ਹੈ। ਉਹਦੇ ਅੰਦਰ ਸੀਤਲਤਾ, ਉਸ ਦੇ ਅੰਦਰ ਜੋ ਨਮੀ ਦਾ ਮਾਦਾ ਹੈ ਉਹ ਖਤਮ ਹੋਣਾ ਆਰੰਭ ਹੋ ਜਾਂਦਾ ਹੈ। ਜਿਤਨੀ ਵੀ ਨਰਮਾਈ ਹੈ, ਜਿਤਨੀ ਵੀ ਦਇਆ ਹੈ, ਜਿਤਨੀ ਵੀ ਕੋਮਲਤਾ ਹੈ, ਅਗਰ ਤਪਸ਼ ਆ ਗਈ ਹੈ ਕ੍ਰੋਧ ਦੀ, ਵਿਕਾਰਾਂ ਦੀ, ਤਾਂ ਖਤਮ ਹੋ ਜਾਂਦੀ ਹੈ। ਦੇਖਣ ਦੇ ਚ ਆਇਆ ਕਈ ਹਿਰਦਿਆਂ 'ਚ ਬਿਲਕੁਲ ਨਮੀ ਨਹੀਂ ਆਉਂਦੀ, ਬਿਲਕੁਲ ਹਿਰਦਿਆਂ ਦੇ ਵਿੱਚ ਦ੍ਰਵਤਾ ਹੈ ਹੀ ਨਹੀਂ। ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਅਨਕ ਜਤਨ ਕਰੇ ਆਤਮ ਨਹੀਂ ਦਰਵੇ, ਹਰ ਦਰਗੇ ਕੋ ਕੈਸੇ ਗਵੇ। ਬੜੇ ਯਤਨ ਕਰਦਾ, ਬੜੇ ਉਪਰਾਲੇ ਕਰਦਾ, ਬੜੀ ਪਾਠ ਪੂਜਾ ਕਰਦਾ ਹੈ, ਪਰ ਹਿਰਦਾ ਇਸ ਦਾ ਦਰਵਦਾ ਹੀ ਨਹੀਂ, ਕੋਮਲ ਨਹੀਂ ਆਉਂਦਾ, ਨਮੀ ਨਹੀਂ ਹੈ। ਔਰ ਜੈਸੇ ਜੈਸੇ ਜ਼ਮੀਨ ਚੋਂ ਨਮੀ ਮੁੱਕਦੀ ਹੈ, ਜ਼ਮੀਨ ਫਟਦੀ ਹੈ। ਜੈਸੇ ਜੈਸੇ ਮਨੁੱਖ ਦੇ ਅੰਦਰੋਂ ਨਿਰਮਾਣਤਾ ਨਿਕਲਦੀ ਹੈ, ਕੋਮਲਤਾ ਨਿਕਲਦੀ ਹੈ, ਨਮੀ ਨਿਕਲਦੀ ਹੈ, ਵੈਸੇ ਵੈਸੇ ਦੇਖਣ ਦੇ ਚ ਆਇਆ ਹੈ ਮਨੁੱਖਾਂ ਦੇ ਜਿਗਰੇ ਫਟਦੇ ਨੇ ਉਸੇ ਹੀ ਤਪਸ਼ ਨਾਲ। ਔਰ ਇਹ ਫਾੜ ਨਿਕਲ ਪੈਂਦਾ ਬਾਹਰ। ਜਿਨ੍ਹਾਂ ਦੇ ਆਪਣੇ ਹਿਰਦੇ ਫਟ ਗਏ ਨੇ, ਹੁਣ ਇਹ ਪਾੜਨ ਦਾ ਕੰਮ ਬਾਹਰ ਕਰਨਗੇ। ਔਰ ਇੰਜ ਕਹਿ ਲੋ, ਹਿਰਦੇ ਜਿਨ੍ਹਾਂ ਦੇ ਫਟ ਚੁੱਕੇ ਨੇ, ਸੰਸਾਰ ਦੇ ਵਿੱਚ ਪਾਟੋ ਦਾੜੀ ਦਾ ਕੰਮ ਉਹਨਾਂ ਤੋਂ ਹੀ ਹੁੰਦਾ ਹੈ। ਆਦ ਕਾਲ ਤੋਂ ਉਹਨਾਂ ਤੋਂ ਹੀ ਹੁੰਦਾ ਹੈ ਜਿਨ੍ਹਾਂ ਦੇ ਹਿਰਦੇ ਫਟ ਗਏ ਵਿਕਾਰਾਂ ਦੀ ਅਗਨ ਕਰਕੇ, ਤਪਸ਼ ਕਰਕੇ। ਜੈਸੇ ਸੂਰਜ ਦੀ ਗਰਮੀ ਨਾਲ ਜ਼ਮੀਨ ਤਪਦੀ ਹੈ ਔਰ ਤਪੀ ਹੋਈ ਜ਼ਮੀਨ ਫਟ ਜਾਂਦੀ ਹੈ। ਫਟੀ ਹੋਈ ਜ਼ਮੀਨ ਦੇ ਵਿੱਚ ਮਵੇਸ਼ੀਆਂ ਲਈ ਚਾਰਾ ਨਹੀਂ ਹੈ, ਕਿਸੇ ਨੂੰ ਪਾਣੀ ਨਸੀਬ ਨਹੀਂ ਹੁੰਦਾ, ਕਿਧਰੇ ਹਰਿਆਵਲੀ ਨਹੀਂ ਹੈ, ਨਮੀ ਦਾ ਕੋਈ ਮਾਦਾ ਨਹੀਂ ਹੈ। ਤੋ ਜਿੱਥੇ ਵਿਕਾਰਾਂ ਦੀ ਤਪਸ਼ ਹੈ, ਬਿਲਕੁਲ ਕੋਈ ਨਿਰਮਾਣਤਾ ਨਹੀਂ, ਕੋਈ ਕੋਮਲਤਾ ਨਹੀਂ, ਕੋਈ ਹਰਿਆਵਲ ਨਹੀਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਬੜਾ ਹੀ ਸ਼ਾਇਰਾਨਾ ਅੰਦਾਜ਼, ਜਿਹੜਾ ਮਨੁੱਖ ਜਿਤਨਾ ਜ਼ਾਲਮ ਹੋਵੇਗਾ ਉਸ ਦੇ ਅੰਦਰ ਉਤਨੀ ਹੀ ਨਮੀ ਨਹੀਂ ਹੋਵੇਗੀ। ਜ਼ੁਲਮ ਨਮੀ ਨੂੰ ਖਤਮ ਕਰ ਦੇਗਾ ਔਰ ਉਸ ਦਾ ਹਿਰਦਾ ਫਟਿਆ ਹੋਇਆ ਹੋਵੇਗਾ। ਧਰਤੀ ਦੁੱਖ ਸਹੇ, ਸੁਖ ਹੈ ਅਗਨ ਬਖੇ, ਅਗਨ ਰਸ ਸੋਖੇ, ਮਰੀਏ ਧੋਖੇ, ਪੀਸੋ ਕਿਰਤ ਨਾ ਹਾਰੇ। ਪਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਗਰ ਐਸੀ ਹਾਲਤ ਵੀ ਬਣ ਗਈ ਹੈ, ਤਪ ਗਿਆ ਹਿਰਦਾ, ਫਟ ਗਿਆ ਹਿਰਦਾ, ਫਿਰ ਵੀ ਕਰਮ ਕਰਨ ਤੋਂ ਹਾਰੇ ਨਾ, ਕੋਸ਼ਿਸ਼ ਕਰੇ, ਯਤਨ ਕਰੇ, ਇਸ ਫਟੀ ਹੋਈ ਧਰਤੀ 'ਚ ਵੀ ਹਲ ਚਲਾਵੇ,
ਇਸ ਫਟੀ ਹੋਈ ਧਰਤੀ ਦੇ ਵਿੱਚ ਵੀ ਫੌੜਾ ਚਲਾਵੇ, ਇਸ ਫਟੀ ਹੋਈ ਧਰਤੀ ਨੂੰ ਵੀ ਸੋਧਣ ਦੀ ਕੋਸ਼ਿਸ਼ ਕਰੇ ਤੇ ਅਰਦਾਸ ਕਰੇ, ਹੇ ਪ੍ਰਭੂ ਤੂੰ ਬਰਸ, ਤੂੰ ਬਰਸ। ਧਰਤੀ ਮੈਂ ਆਪਣੇ ਯਤਨਾਂ ਨਾਲ, ਆਪਣੀ ਮਿਹਨਤ ਨਾਲ ਸੋਧਦਾ, ਠੀਕ ਕਰਦਾ, ਪਰ ਨਵੀਂ ਤੇ ਤੇਰੀ ਰਹਿਮਤ ਨਾਲ ਹੋਵੇਗੀ, ਤੇਰੀ ਬਖਸ਼ਿਸ਼ ਨਾਲ ਹੋਵੇਗੀ। ਤੂੰ ਉੱਪਰੋਂ ਬਰਸ ਤਾਂ ਕਿ ਥੱਲੇ ਕੀਤਾ ਹੋਇਆ ਮੇਰਾ ਕਰਮ ਸਫਲ ਹੋਵੇ, ਧਰਤੀ ਤੇ ਕੀਤੀ ਹੋਈ ਮੇਰੀ ਮਿਹਨਤ ਨੂੰ ਭਾਗ ਲੱਗੇ। ਔਰ ਇਹ ਭਾਗ ਤਾਂ ਲੱਗ ਸਕਦੇ ਨੇ ਤਾਂ ਉੱਪਰੋਂ ਬਰਸੇ। ਹਕੀਕਤ ਹੈ ਜਦ ਵੀ ਕਿਰਪਾ ਹੁੰਦੀ ਹੈ, ਜਦ ਵੀ ਰਹਿਮਤ ਹੁੰਦੀ ਹੈ, ਉੱਪਰੋਂ ਹੀ ਆਉਂਦੀ ਹੈ। ਇਸ ਵਾਸਤੇ ਆਦਿ ਕਾਲ ਤੋਂ ਦੇਖਣ ਦੇ ਚ ਆਇਆ ਹੈ ਕਿ ਕੋਈ ਮਹਾਂਪੁਰਸ਼ ਬ੍ਰਹਮ ਗਿਆਨੀ ਸੀਸ ਤੇ ਹੀ ਹੱਥ ਰੱਖ ਦਿੰਦਾ ਹੈ, ਉੱਪਰੋਂ ਹੀ ਬਖਸ਼ਿਸ਼ ਹੁੰਦੀ ਹੈ, ਉੱਪਰੋਂ ਹੀ ਇਹ ਬਾਰਿਸ਼ ਹੋ ਜਾਂਦੀ ਹੈ। ਤੇ ਸਾਹਿਬ ਕਹਿੰਦੇ ਨੇ, ਅਗਨ ਰਸ ਸੋਖੇ ਮਰੀਏ ਧੋਖੇ, ਭੀਸੋ ਕਿਰਤ ਨਾ ਹਾਰੇ। ਫਿਰ ਵੀ ਆਪਣੇ ਕਰਮਾਂ ਤੋਂ ਹਾਰ ਨਾ ਮੰਨੇ। ਐਸੀ ਹਾਲਤ ਦੇ ਚ ਵੀ ਇਹ ਠੀਕ ਹੈ, ਧਰਤੀ ਫਟੀ ਹੋਈ ਹੋਵੇ, ਹਲ ਚਲਾਣਾ ਤੇ ਔਖਾ ਹੈ, ਧਰਤੀ ਨੂੰ ਸੋਧਣਾ ਤੇ ਔਖਾ ਹੈ, ਲੇਕਿਨ ਇਸ ਔਖਿਆਈ ਨੂੰ ਤੇ ਜਰਨਾ ਪਏਗਾ, ਇਹ ਕਠਨ ਕੰਮ ਤੇ ਕਰਨਾ ਹੀ ਪਏਗਾ। ਜਦ ਵੀ ਕਦੀ ਕੋਈ ਨਾਮ ਜਪਣ ਲੱਗੇ, ਤਪੱਸਿਆ ਕਰਨ ਲੱਗੇ, ਅੰਮ੍ਰਿਤ ਵੇਲੇ ਉੱਠਣ ਲੱਗੇ, ਉਹਨੂੰ ਇੱਕ ਗੱਲ ਤੇ ਪਹਿਲੇ ਮਹਿਸੂਸ ਹੋ ਜਾਏਗੀ, ਹਿਰਦੇ ਦੀ ਧਰਤੀ ਮੇਰੇ ਕੋਲ ਫਟੀ ਹੋਈ ਹੈ, ਤਪੀ ਹੋਈ ਹੈ, ਮਿਹਨਤ ਬਹੁਤ ਵੱਡੀ ਹੈ। ਔਰ ਇਸ ਫਟੀ ਹੋਈ ਧਰਤੀ ਨੂੰ ਵੇਖ ਕੇ, ਇਸ ਤਪੀ ਹੋਈ ਧਰਤੀ ਨੂੰ ਵੇਖ ਕੇ ਬਹੁਤ ਸਾਰੀ ਦੁਨੀਆ ਹਲ ਚਲਾਣਾ ਛੋੜ ਦਿੰਦੀ ਹੈ, ਫਾਵੜਾ ਮਾਰਨਾ ਛੋੜ ਦਿੰਦੀ ਹੈ। ਕੀ ਲੈਣਾ ਧਾਰਮਿਕ ਮੰਦਿਰਾਂ ਵਿੱਚ, ਕੀ ਕਰਨਾ ਪਾਠ ਪੂਜਾ ਕਰਕੇ? ਮਨ ਤੇ ਸ਼ਾਂਤ ਆਉਂਦਾ ਨਹੀਂ, ਮਨ ਨੂੰ ਤੇ ਚੈਨ ਮਿਲਦਾ ਨਹੀਂ, ਮਨ ਦੇ ਤੇ ਵਿਕਾਰ ਨੇ। ਪਾਠ ਕਰਕੇ ਕੀ ਕਰਨਾ ਹੈ? ਧਰਤੀ ਤੇ ਸੁਖੀ ਹੋਈ ਹੈ, ਹਲ ਚਲਾ ਕੇ ਕੀ ਕਰਨਾ ਹੈ? ਧਰਤੀ ਤੇ ਫਟੀ ਹੋਈ ਹੈ, ਫਾਵੜਾ ਚਲਾ ਕੇ ਕੀ ਕਰਨਾ ਹੈ? ਗੈਂਤੀ ਚਲਾ ਕੇ ਕੀ ਕਰਨਾ ਹੈ? ਪਰ ਕੌਣ ਦੱਸੇ ਤੂੰ ਗੈਂਤੀ ਚਲਾ, ਫਾਵੜਾ ਚਲਾ, ਹਲ ਚਲਾ, ਮਤਾਂ ਪ੍ਰਭੂ ਬਰਸ ਪਵੇ, ਮਤਾਂ ਬੱਦਲ ਬਰਸ ਪੈਣ, ਮਤਾ ਰਹਿਮਤ ਹੋ ਜਾਏ। ਤਾਂ ਸਾਹਿਬ ਇੱਥੇ ਕਹਿੰਦੇ ਨੇ, ਫਿਰ ਵੀ ਤੂੰ ਆਪਣੇ ਕਰਮਾਂ ਤੋਂ ਹਾਰ ਨਾ ਮੰਨ। ਭਾਵੇਂ ਸੂਰਜ ਦੀ ਗਰਮੀ ਧਰਤੀ ਨੂੰ ਫਾੜ ਬੈਠੀ ਹੈ, ਧਰਤੀ ਤਪ ਗਈ ਹੈ, ਧਰਤੀ ਟੁਕੜੇ ਟੁਕੜੇ ਹੋ ਗਈ ਹੈ, ਪਰ ਐ ਜੀਵ ਹਿੰਮਤ ਕਰ, ਉਦਮ ਕਰ, ਨਿਰਾਸ਼ ਨਹੀਂ ਕਰਦੇ ਗੁਰੂ ਨਾਨਕ ਦੇਵ ਜੀ ਮਹਾਰਾਜ। ਫਿਰ ਵੀ ਤੂੰ ਹਲ ਚਲਾ, ਫਿਰ ਵੀ ਤੂੰ ਕਰਮ ਕਰ, ਉਦਮ ਕਰ। ਰਥ ਫਿਰੇ ਛਾਇਆ ਧਨ ਤਾਕੇ, ਟੀਂਡ ਲਵੇ ਮੰਝ ਬਾਰੇ। ਇਹ ਸੂਰਜ ਦਾ ਰਥ ਘੁੰਮ ਰਿਹਾ ਚਾਰੋਂ ਪਾਸੇ, ਔਰ ਧਰਤੀ ਤਪ ਰਹੀ ਹੈ, ਔਰ ਟਿੱਡੇ ਛੋਟੇ ਛੋਟੇ ਪੰਛੀ ਤੜਪ ਰਹੇ ਨੇ, ਬੇਜ਼ਾਰ ਨੇ, ਦੁਖਤ ਨੇ। ਵਿਕਾਰਾਂ ਕਰਕੇ ਸਿਰਫ ਮਨੁੱਖੀ ਦੁਖਤ ਨਹੀਂ ਹੈ, ਦੇਖਣ ਦੇ ਚ ਆਉਂਦਾ ਹੈ ਕਿਧਰੇ ਦ੍ਰਿਸ਼ਟ ਰੋਗ ਦੇ ਚ ਤਪਿਆ ਹੋਇਆ ਪਤੰਗਾ ਜਲ ਜਾਂਦਾ ਹੈ, ਕਿਧਰੇ ਵਾਸ਼ਨਾ ਦੇ ਰੋਗ ਦਾ ਗਰਸਿਆ ਹੋਇਆ ਹਾਥੀ ਖੱਡੇ ਦੇ ਚ ਫਸ ਜਾਂਦਾ ਹੈ, ਕਿਧਰੇ ਗੰਡੇੜੇ ਦੇ ਨਾਦ ਦਾ ਗਰਸਿਆ ਹੋਇਆ ਹਿਰਨ ਸ਼ਿਕਾਰੀ ਦੇ ਜਾਲ ਦੇ ਚ ਫਸ ਜਾਂਦਾ ਹੈ, ਔਰ ਕਿਧਰੇ ਸੁਗੰਧ ਦੀ ਲਪੇਟ ਦੇ ਚ ਆਇਆ ਹੋਇਆ ਭੌਰਾ ਕਮਲ ਦੇ ਚ ਫਸ ਜਾਂਦਾ ਹੈ। ਸਵੇਰੇ ਉਸ ਦੀ ਲਾਸ਼ ਹੀ ਜੋ ਹੈ ਨਿਕਲਦੀ ਹੈ। ਜਦ ਸੂਰਜ ਚੜ੍ਹਦਾ ਹੈ ਤੇ ਕਮਲ ਦਾ ਫੁੱਲ ਖਿੜਦਾ ਹੈ, ਭੌਰੇ ਦੀ ਲਾਸ਼ ਹੀ ਉਸ ਕਮਲ ਫੁੱਲ ਦੇ ਜੋ ਹੈ ਨਿਕਲਦੀ ਹੈ। ਇੱਕ ਇੱਕ ਰੋਗ ਕਰਕੇ ਭੌਰਾ, ਹਿਰਨ, ਹਾਥੀ ਔਰ ਪਤੰਗਾ ਔਰ ਮਛਲੀ ਦੁਖਤ ਹੁੰਦੀਆਂ ਨੇ। ਮਾਸ ਦਾ ਸਵਾਦ ਕੁੰਡੀ ਦੇਖੀ ਨਹੀਂ, ਫਸ ਗਈ ਮਛਲੀ, ਤੜਪ ਰਹੀ ਹੈ। ਹੁਣ ਇੱਕ ਇੱਕ ਰੋਗ ਕਰਕੇ, ਇੱਕ ਇੱਕ ਵਿਕਾਰ ਕਰਕੇ, ਇੱਕ ਇੱਕ ਰਸ ਕਰਕੇ ਇਹ ਇਤਨੇ ਦੁਖਤ ਹੁੰਦੇ ਨੇ। ਤੇ ਜਿਸ ਮਨੁੱਖ ਦੇ ਹਿਰਦੇ 'ਚ ਇਹ ਸਾਰੇ ਹੀ ਵਿਕਾਰ ਹੋਵਨ, ਉੱਥੇ ਕਿਤਨੀ ਪੀੜਾ ਹੋਵੇਗੀ, ਉੱਥੇ ਕਿਤਨੀ ਦੁੱਖ ਤੇ ਸੰਤਾਪ ਦੀ ਅਗਨੀ ਹੋਵੇਗੀ। ਪਰ ਸਾਹਿਬ ਕਹਿੰਦੇ ਨੇ, ਫਿਰ ਵੀ ਐ ਬੰਦੇ ਤੂੰ ਹਿੰਮਤ ਨਾ ਹਾਰ, ਭਾਵੇਂ ਸੂਰਜ ਦੀ ਗਰਮੀ ਹੈ, ਭਾਵੇਂ ਧਰਤੀ ਤਪੀ ਹੋਈ ਹੈ। ਔਗੁਣ ਬਾਦ ਚਲੀ ਦੁਖ ਆਗੇ, ਸੁਖ ਤਿਸ ਸਾਚ ਸੰਭਾਲੇ। ਇਹ ਜੀਵ ਰੂਪੀ ਇਸਤਰੀ ਨਿਰਾਸ਼ ਹੋ ਕੇ ਔਗੁਣਾਂ ਦੀ ਪੋਟ ਬਨ ਚੱਲੀ ਹੈ। ਪਰ ਹੁਣ ਕੌਣ ਦੱਸੇ ਜੋ ਔਗੁਣਾਂ ਦੀ ਪੋਟਲੀ ਤੂੰ ਸਿਰ ਤੇ ਬੰਨੀ ਹੈ, ਇਹਨਾਂ ਦਾ ਅੰਜਾਮ ਤੇ ਅੱਗੇ ਦੁੱਖ ਹੈ। ਸੁਖ ਤੇ ਤਾਂ ਹੀ ਮਿਲ ਸਕਦਾ ਤੈਨੂੰ, ਸੁਖ ਤਿਸ ਸਾਚ ਸੰਭਾਲੇ। ਜੋ ਸੱਚ ਦੀ ਸੰਭਾਲ ਕਰੇ, ਪ੍ਰਭੂ ਦੀ ਸੰਭਾਲ ਕਰੇ, ਫਿਰ ਉਸ ਨੂੰ
ਸੁਖ ਦੀ ਪ੍ਰਾਪਤੀ ਹੋ ਸਕਦੀ ਹੈ। ਨਾਨਕ ਜਿਸ ਨੂੰ ਇਹੋ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਜਿਸ ਨੂੰ ਗੁਣਾ ਵਾਲਾ ਮਨ ਦੇ ਦਿੱਤਾ ਹੈ, ਜਿਸ ਨੂੰ ਪ੍ਰਮਾਤਮਾ ਨੇ ਆਪਣਾ ਸੁਭਾਅ ਦੇ ਦਿੱਤਾ ਹੈ, ਜਿਸ ਨੇ ਜੀਵਨ ਤੇ ਮਰਨ ਪ੍ਰਭੂ ਦੇ ਲੇਖੇ ਲਾ ਦਿੱਤਾ ਹੈ, ਉਸ ਦਾ ਜੀਵਣਾ ਸਫਲ ਹੋ ਗਿਆ, ਮਰਨਾ ਸਫਲ ਹੋ ਗਿਆ, ਕਿਉਂਕਿ ਉਸਨੇ ਆਪਣਾ ਸੁਭਾਅ ਪ੍ਰਮਾਤਮਾ ਵਰਗਾ ਬਣਾ ਲਿਆ। ਅਸਾੜ ਦੇ ਮਹੀਨੇ ਦੀ ਤਪਸ਼ ਉਸ ਦੀ ਸ਼ਾਂਤ ਹੋ ਗਈ, ਸੀਤਲ ਹੋ ਗਈ।